तू ही 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 तू ही। सत करतार ਟੈਲੀਵਿਜ਼ਨ ਦੇਖ ਰਹੇ ਸਾਰੇ ਮੇਰੇ ਵੀਰਾਂ ਭੈਣਾਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਨੂੰ ਵੀ ਇਹ ਫਿਲਮ ਜਾਂ ਵੀਡੀਓ ਜਿਹੜੀ ਚੰਗੀ ਲੱਗੇ ਜ਼ਰੂਰ ਇਹਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਇਹ ਜਿਹੜੀ ਵੀਡੀਓ ਆਪਾਂ ਬਣਾਈ ਦੀ ਆ ਇਹ ਜੋ ਇਸ ਵੇਲੇ ਸਮੇਂ ਦੇ ਹਾਲਾਤ ਆ ਉਹਨਾਂ ਨੂੰ ਦੇਖ ਕੇ ਬਣਾਉਣੀ ਆ ਤੇ ਇਹਨੂੰ ਆਪਾਂ ਉਸ ਤਰੀਕੇ ਨਾਲ ਦੇਖਦੇ ਹਾਂ ਕਿ ਅਕਾਲ ਪੁਰਖ ਦੇ ਭਾਣੇ ਵਿੱਚ ਹੀ ਜੋ ਕੁਛ ਹੋ ਰਿਹਾ ਤੇ ਨਾਲ ਇਹ ਵੀ ਕਹਿੰਦੇ ਆ ਵੀ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜੁਗ ਪੁਜਿਆ ਕੌਣ ਭਲੇ ਕੋ ਮੰਦੇ। ਤੇ ਉਹਦੇ ਵਿੱਚ ਮੈਂ ਅੱਗੇ 2-3 ਵੀਡੀਓ ਇਸ ਵਿਸ਼ੇ ਦੇ ਉੱਤੇ ਪਾਈਆਂ ਕਿ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਇਹ ਚਲਾਉਣ ਵਾਲਾ ਜਿਹੜਾ ਇਹਨੂੰ ਕੋਈ ਨਾ ਕੋਈ ਸ਼ਕਤੀ ਹੈ ਤੇ ਉਹ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਦੀ ਆ ਜਿਹੜੀ ਇਹਨੂੰ ਚਲਾ ਰਹੀ ਆ, ਜਿਹੜੀ ਇਹਨੂੰ ਬਲ ਦੇ ਰਹੀ ਆ। ਕਿਉਂਕਿ ਜਿਹੜੇ ਤਰੀਕੇ ਨਾਲ ਚੱਲ ਰਿਹਾ ਕਿਸੇ ਬੰਦੇ ਦੇ ਵਾਸਤੇ ਰੋਗ ਨਹੀਂ ਗਾ, ਨਾ ਤਾਂ ਕਿਸਾਨ ਜਿਹੜੀ ਜਥੇਬੰਦੀਆਂ ਲੀਡਰ ਆ ਉਹ ਕਹਿਣ ਪਏ ਅਸੀਂ ਚਲਾ ਰਹੇ ਹਾਂ ਤੇ ਤਾਂ ਵੀ ਗਲਤ ਆ। ਤੇ ਦੂਏ ਪਾਸੇ ਜਿਹੜੀ ਸਰਕਾਰ ਆ ਜਿਹੜੀ ਅੜੀ ਆ ਉਹ ਭਾਵੇਂ ਕੁਛ ਬੰਦੇ ਜਾਂ ਲੀਡਰ ਜਿਹੜੇ ਅੜੇ ਹਨ ਪਰ ਇਹ ਸਾਰੀ ਉੱਪਰ ਵਾਲੇ ਅਕਾਲ ਪੁਰਖ ਵਾਹਿਗੁਰੂ ਦੀ ਇੱਕ ਖੇਡ ਆ ਤੇ ਉਸ ਖੇਡ ਦੇ ਵਿੱਚ ਅਸੀਂ ਖੇਡ ਰਹੇ ਹਾਂ। ਦੀਪ ਸਰਾਤ ਦੋ ਦਾਈ ਦਾਇਆ ਖੇਲੇ ਸਰਲ ਜਗਤ, ਅਸੀਂ ਉਹਦੇ ਭਾਣੇ ਵਿੱਚ ਸਾਰੇ ਖੇਡਦੇ। ਤੇ ਕਿਸਾਨ ਮੋਰਚੇ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਕਿਸਾਨ ਮੋਰਚਾ ਇੱਕ ਬਹੁਤ ਹੀ ਵਧੀਆ ਤੇ ਇਸ ਸਮੇਂ ਦਾ ਢੁਕਵਾਂ ਮੋਰਚਾ ਆ ਜਿਹਦੇ ਵਿੱਚ ਕਿਸਾਨ ਤੇ ਮਜ਼ਦੂਰ ਜਿਹੜੇ ਆ ਦੋਨੇ ਜਾਣੇ ਰਲ ਕੇ ਜਿਹੜਾ ਇਸ ਵੇਲੇ ਜ਼ੁਲਮ ਹੋ ਰਿਹਾ ਜਾਂ ਜਿਹੜੀ ਸਥਿਤੀ ਇਸ ਵੇਲੇ ਹਾਲਾਤ ਬਣੀ ਆ ਜਿਹਦੇ ਵਿੱਚ 3 ਕਾਨੂੰਨ ਜਿਹੜੇ ਇਸ ਤਰੀਕੇ ਨਾਲ ਬਣਾ ਕੇ ਲਿਆਂਦੇ ਗਏ ਜਿਨ੍ਹਾਂ ਦੇ ਨਾਲ ਆਉਣ ਵਾਲੇ ਭਵਿੱਖ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਉਹਨਾਂ ਲੋਕਾਂ ਦਾ ਜਿਹੜੇ ਮਜ਼ਦੂਰ ਆ ਜਾਂ ਕਿਸਾਨ ਆ ਇਸ ਵੇਲੇ। ਪਰ ਜਦੋਂ ਇਹ ਕਿਤੇ ਆਪਾਂ ਇਕੱਲੇ ਕਿਸਾਨ ਤੇ ਮਜ਼ਦੂਰਾਂ ਦੀ ਗੱਲ ਕਰਦੇ ਹਾਂ ਤੇ ਸਾਡੀ ਉਹਦੀ ਲਪੇਟ ਦੇ ਵਿੱਚ ਸਾਰੀ ਹੀ ਲੋਕੀ ਆ ਜਾਂਦੇ ਆ, ਚਾਹੇ ਉਹ ਕੋਈ ਵੀ ਕਿੱਤਾ ਕਰਦਾ ਹੋਵੇ, ਕਿਉਂਕਿ ਹਰ ਕਿੱਤਾ ਜਿਹੜਾ ਆ ਉਹ ਇੱਕ ਲੇਬਰ ਹੀ ਗਿਣੀ ਜਾਂਦੀ ਆ। ਲੇਬਰ ਤੋਂ ਬਾਅਦ ਕੁਛ ਨਹੀਂ ਹੁੰਦਾ, ਉਹਦੀ ਹਾਲਤ ਬਦਲ ਸਕਦੀ ਆ, ਉਹਦਾ ਢੰਗ ਬਦਲ ਸਕਦਾ, ਪਰ ਹੈ ਸਾਰੀ ਲੇਬਰ। ਤੇ ਲੇਬਰ ਦੇ ਵਿੱਚ ਸਭ ਤੋਂ ਜ਼ਿਆਦਾ ਵੱਡੀ ਲੇਬਰ ਦਾ ਜਿਹੜਾ ਮਸਲਾ ਹੈ ਮਜ਼ਦੂਰ ਜਿਹਨੂੰ ਕਹਿੰਦੇ ਆ ਉਹ ਹੈ। ਕਿਸਾਨ ਤੋਂ ਵੱਡਾ ਮਜ਼ਦੂਰ ਹੋਰ ਕੋਈ ਨਹੀਂ ਹੁੰਦਾ, ਕਿਉਂਕਿ ਕਿਸਾਨ ਧਰਤੀ ਦੇ ਵਿੱਚ ਇੰਨੀ ਮਿਹਨਤ ਕਰਕੇ ਧਰਤੀ ਨੂੰ ਪੁੱਟ ਕੇ ਕਿੱਦਾਂ ਦੀ ਧਰਤੀ ਵੀ ਹੋਣ ਨੂੰ ਵਾਹ ਕੇ ਉਹਨੂੰ ਪੱਧਰੀ ਕਰਕੇ ਉਹਦੇ ਚੋਂ ਕੱਖ ਪੱਤਰਾ ਚੁੱਕ ਕੇ ਤੇ ਉਹਦੇ ਵਿੱਚ ਬੀਜ ਕੇ ਤੇ ਉਹ ਅਕਾਲ ਪੁਰਖ ਨੇ ਜਿਹੜਾ ਸਿਸਟਮ ਬਣਾਇਆ ਉਹ ਕਾਦਰ ਦੀ ਜਿਹੜੀ ਕੁਦਰਤ ਆ ਉਹਨੂੰ ਪ੍ਰਗਟ ਕਰਦਾ। ਤੇ ਇੱਕ ਦਾਣੇ ਤੋਂ ਹਜ਼ਾਰਾਂ ਦਾਣੇ ਤੇ ਹਜ਼ਾਰਾਂ ਤੋਂ ਲੱਖਾਂ ਦਾਣੇ ਜਿਹੜੇ ਆ ਉਹ ਪੈਦਾ ਅਨਾਜ ਦੇ ਹੁੰਦੇ ਆ ਜਿਹਨੂੰ ਅਸੀਂ ਖਾ ਕੇ ਆਪਣਾ ਜੀਵਨ ਜਿਹੜਾ ਉਹ ਜੀਂਦੇ ਆ। ਪਰ ਇਹ ਜਿਹੜੇ ਕਾਨੂੰਨ ਆ ਉਹਨਾਂ ਦੇ ਵਿੱਚ ਆ ਕੇ ਕਾਫੀ ਕੁਛ ਜਿਹੜਾ ਪ੍ਰੋਬਲਮ ਆਈ। ਤੇ ਪਿਛਲੇ ਸਮੇਂ 2-3 ਦਿਨ ਹੋਏ ਆ ਜਦੋਂ ਕਿ 26 ਜਨਵਰੀ ਦਾ ਜਿਹੜਾ ਕਾਫੀ ਕੁਛ ਜਿਹੜਾ ਹੰਗਾਮਾ ਜਿਹੜਾ ਦਿੱਲੀ ਦੇ ਵਿੱਚ ਹੋਇਆ, ਦਿੱਲੀ ਦੀਆਂ ਸੜਕਾਂ ਦੇ ਉੱਤੇ ਹੋਇਆ ਤੇ ਉਹਦੇ ਬਾਰੇ ਆਪਾਂ ਵਿਚਾਰ ਕਰਨੀ ਹੈ ਵੀ ਕਿੱਦਾਂ ਹੋਇਆ ਤੇ ਕਿੱਦਾਂ ਨਹੀਂ ਹੋਇਆ। ਪਹਿਲੀ ਗੱਲ ਤਾਂ ਕਿਸਾਨਾਂ ਨੇ ਆਪਣੇ ਤੌਰ ਤੇ ਕਾਲ ਦਿੱਤੀ ਕਿ ਸਾਰੇ ਜਾਣੇ ਆਪਣੇ ਆਪਣੀ ਸ਼ਕਤੀ ਦਿਖਾਉਣ ਵਾਸਤੇ ਆਪਣੇ ਆਪ ਨੂੰ ਦੱਸਣ ਵਾਸਤੇ ਵੀ ਸਾਡੇ ਉੱਤੇ ਜ਼ੁਲਮ ਹੋ ਰਿਹਾ ਤੇ ਦਿੱਲੀ ਵਿੱਚ ਉਸ ਸਮੇਂ ਤੁਸੀਂ ਆਓ ਜਦੋਂ ਕਿ ਹਿੰਦੁਸਤਾਨ ਨੂੰ ਭਾਰਤ ਨੂੰ ਇੰਡੀਆ ਨੂੰ ਆਜ਼ਾਦ ਕਰਾਉਣ ਵਾਸਤੇ ਜਾਂ ਜਿੱਦਣ ਆਜ਼ਾਦ ਹੋਇਆ ਉਦੋਂ ਪਰੇਡ ਕੀਤੀ ਜਾਂਦੀ ਆ ਉੱਥੇ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਵੱਲੋਂ। ਤੇ ਉਸ ਸਮੇਂ ਜਿਹੜੀ ਆ ਤਾਂ ਕਾਲ ਕਿਸਾਨਾਂ ਨੇ ਦਿੱਤੀ ਸੀ, ਮਜ਼ਦੂਰਾਂ ਨੇ ਦਿੱਤੀ ਸੀ, ਉਹਨੂੰ ਦੇਖਦੇ ਹੋਏ ਹਿੰਦੁਸਤਾਨ ਭਾਰਤ ਵਰਸ਼ ਦੇ ਸਾਰੇ ਹੀ ਸੂਬਿਆਂ ਦੇ ਵਿੱਚੋਂ ਬਹੁਤ ਜ਼ਿਆਦਾ ਕਿਸਾਨ ਜਿਹੜੇ ਆ ਉਹਦੇ ਵਿੱਚ ਆਏ। ਇੰਨੇ ਆਏ ਕਿ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਸੀ, ਜਿਨ੍ਹਾਂ ਦੀ ਸ਼ਕਤੀ ਜਿਨ੍ਹਾਂ ਦੀ ਤਾਕਤ ਜਿਹੜਾ ਉਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਟਰਾਲੀਆਂ 'ਤੇ ਆਏ ਆ, ਟਰੈਕਟਰਾਂ 'ਤੇ ਆਏ ਆ, ਹੋਰ ਟਰੱਕਾਂ 'ਤੇ ਆਏ ਆ, ਮੋਟਰਸਾਈਕਲਾਂ 'ਤੇ ਆਏ ਆ, ਕਾਰਾਂ 'ਤੇ ਆਏ ਆ, ਪੈਦਲ ਚੱਲ ਕੇ ਆਏ ਆ। ਬੜੀਆਂ ਪਾਬੰਦੀਆਂ ਲਾਈਆਂ ਗਈਆਂ, ਉਹ ਪਾਬੰਦੀਆਂ ਤੋਂ ਬਾਅਦ ਵੀ ਉੱਥੇ ਜਿਹੜੇ ਆ ਲੋਕੀ ਬਹੁਤ ਜ਼ਿਆਦਾ ਵੱਡੀ ਗਿਣਤੀ ਵਿੱਚ ਪਹੁੰਚੇ ਆ। ਪਰ ਉੱਥੇ ਇੱਕ ਖੇਡ ਖੇਡੀ ਗਈ ਜਿਹੜੀ ਕਿ ਬਹੁਤ ਹੀ ਭਿਆਨਕ ਖੇਡ। ਤੇ ਆਮ ਤੌਰ 'ਤੇ ਜਿਹੜੀਆਂ ਸਰਕਾਰਾਂ ਹੁੰਦੀਆਂ ਚਾਹੇ ਰਾਜੇ ਹੁੰਦੇ ਆ ਜਿਹੜੇ ਹੰਕਾਰੀ ਹੁੰਦੇ ਆ
ਜਿਹੜੀ ਜਨਤਾ ਦੇ ਉਹਨਾਂ ਪੱਖ 'ਚ ਨਹੀਂ ਹੁੰਦੇ। ਉਹ ਜਿਹੜੇ ਰਾਜੇ ਜਾਂ ਸਰਕਾਰਾਂ ਹੁੰਦੀਆਂ ਉਹ ਇਸ ਤਰੀਕੇ ਦੀਆਂ ਖੇਡਾਂ ਖੇਡਦੀਆਂ ਹੀ ਹੁੰਦੀਆਂ। ਜਦੋਂ ਕਿਸਾਨਾਂ ਨੇ ਉਹਨਾਂ ਕੋਲੋਂ ਇਜਾਜ਼ਤ ਮੰਗੀ ਆ ਵੀ ਤੁਸੀਂ ਇਜਾਜ਼ਤ ਸਾਨੂੰ ਦੇ ਦਿਓ, ਅਸੀਂ ਰਿੰਗ ਰੋਡ ਜਿਹੜਾ ਵੀ ਦਿੱਲੀ ਦਾ ਹੈਗਾ ਉੱਥੇ ਗੇੜੀ ਕੱਢ ਕੇ ਤੇ ਅਸੀਂ ਆ ਜਾਣਾ, ਸਿਰਫ ਅਸੀਂ ਆਪਣੇ ਪਰੇਡ ਕਰਨੀ ਆ। ਤਾਂ ਪਰੇਡ ਵੀ ਉਹ ਕਰਨੀ ਆ ਜਿਹੜਾ ਸਾਡੇ ਭਾਰਤ ਵਰਸ਼ ਦਾ ਤਿਰੰਗਾ ਝੰਡਾ ਉਹਨੂੰ ਦੇਖ ਕੇ ਉਹਨੂੰ ਮੋਹਰੇ ਲਾ ਕੇ ਉਹਦੀ ਅਗਵਾਈ ਦੇ ਵਿੱਚ ਅਸੀਂ ਪਰੇਡ ਕਰਨੀ ਹੈ। ਪਰ ਉਹਨੂੰ ਕਿਸਾਨਾਂ ਦੀਆਂ ਮੀਟਿੰਗਾਂ ਨੂੰ ਪੁਲਿਸ ਨੇ 3-4 ਦਿਨ ਲਗਾਤਾਰ ਲਟਕਾਉਂਦੇ ਰਹੇ, ਅੱਜ ਕੱਲ੍ਹ ਪਰਸੋਂ ਐਂ ਕਰਕੇ ਆਹ ਰਸਤਾ ਕਰ ਲਓ, ਆਹ ਰਸਤਾ ਕਰ ਲਓ। ਜਦੋਂ ਇੱਕ ਰਿੰਗ ਰੋਡ ਹੈ, ਰਿੰਗ ਰੋਡ ਤੇ ਟਰੈਕਟਰ ਚੱਲਦੇ ਤਾਂ ਚੱਲੀ ਜਾਣ, ਕਿਸੇ ਨੂੰ ਵੀ ਉਹਦੀ ਕੀ ਪ੍ਰੋਬਲਮ ਹੈਗੀ ਆ। ਉਹਦੀ ਬੜੀ ਸੁਵਿਧਾ ਬਣਾਈ ਜਾ ਸਕਦੀ ਹੈ ਵੀ ਜਿੱਥੋਂ ਵੀ ਉਹਦੀ ਐਂਟਰੀ ਹੁੰਦੀ ਹੈ, ਸੁਰਤੀ ਹੁੰਦੀ ਹੈ, ਉੱਥੇ ਆਪਣੇ ਉਹ ਪੁਲਿਸ ਵਾਲੇ ਨਾਕੇ ਲਾ ਸਕਦੇ ਤਾਂ ਕਿ ਉਹਨਾਂ ਨੂੰ ਡਿਸਟਰਬੈਂਸ ਨਾ ਹੋ ਜਾਂ ਉਹ ਲੋਕ ਬਾਹਰ ਨਾ ਜਾਣ। ਇੱਥੇ ਇੱਕ ਹੋਰ ਬਹੁਤ ਵੱਡੀ ਗੱਲ ਹੈ ਸੋਚਣ ਵਾਲੀ ਕਿ ਜਿਹੜੇ ਦਿੱਲੀ ਦੇ ਰਹਿਣ ਵਾਲੇ ਲੋਕ ਆ ਉਹਨਾਂ ਨੂੰ ਤਾਂ ਦਿੱਲੀ ਦੇ ਰਸਤਿਆਂ ਦਾ ਪਤਾ ਆ ਵੀ ਆਹ ਸੜਕ ਕਿੱਥੇ ਨੂੰ ਜਾਂਦੀ, ਆਹ ਸੜਕ ਕਿੱਥੇ ਨੂੰ ਜਾਂਦੀ, ਆਹ ਕਿੱਥੇ ਜਾ ਕੇ ਮੋੜ ਕੱਟੂਗੀ, ਆਹ ਕਿੱਥੋਂ ਜਾ ਕੇ ਬਦਲੀ ਹੋਊਗੀ। ਪਰ ਜਿਹੜੇ ਪਿੰਡਾਂ ਵਿੱਚ ਉੱਠ ਕੇ ਆਏ ਆ ਲੋਕ, ਉਹਨਾਂ ਵਿਚਾਰਿਆਂ ਨੂੰ ਤਾਂ ਇਹ ਨਹੀਂ ਪਤਾ ਵੀ ਕਿਹੜੇ ਪਾਸੇ ਨੂੰ ਜਾਣਾ। ਉਹਨਾਂ ਨੂੰ ਤਾਂ ਜਿਹੜੀ ਅੱਗੋਂ ਡਾਇਰੈਕਸ਼ਨ ਪੁਲਿਸ ਵਾਲੇ ਦੇਣਗੇ, ਦੱਸਣਗੇ ਵੀ ਇਹ ਰਸਤੇ 'ਤੇ ਜਾਓ ਜਾਂ ਇਸ ਰਸਤੇ ਜਾਓ, ਉਸ ਰਸਤੇ ਨੂੰ ਜਾਣਗੇ। ਪਰ ਉਹ ਪੁਲਿਸ ਵਾਲਿਆਂ ਨੇ ਉਹਨੂੰ ਲਿਆਉਂਦਿਆਂ ਸ਼ਾਮ ਨੂੰ ਰਾਤ ਨੂੰ ਜਾ ਕੇ ਉਹਨਾਂ ਦਾ ਨਕਸ਼ਾ ਜਿਹੜਾ ਦਿੱਤਾ ਵੀ ਤੁਸੀਂ ਇਸ ਬਾਰਡਰ ਵਾਲੇ ਇੱਧਰ ਨੂੰ ਜਾਓ, ਇਸ ਵਾਲੇ ਇੱਧਰ ਨੂੰ ਜਾਓ, ਇਸ ਵਾਲੇ ਇੱਧਰ ਨੂੰ ਜਾਓ। ਜਿਹੜਾ ਆਲਰੇਡੀ ਜਿਹੜਾ ਬਹੁਤ ਕਨਫਿਊਜ਼ਨ ਵਾਲਾ ਸਿਸਟਮ ਸੀਗਾ ਜਿਹੜਾ ਉਸ ਸਮੇਂ ਕ੍ਰੀਏਟ ਕੀਤਾ ਗਿਆ। ਤੇ ਉਹਦੇ ਵਿੱਚ ਵੀ ਕੁਝ ਬੰਦੇ ਐਸੇ ਉਹਨਾਂ ਨੇ ਆਪਣੇ ਵੱਲੋਂ ਭੇਜਤੇ ਗਏ ਕਿ ਜਿਹੜੇ ਉਸ ਮੋਰਚੇ ਨੂੰ ਡਿਸਟਰਬ ਕਰਨਗੇ, ਕਿਸੇ ਨਾ ਕਿਸੇ ਤਰੀਕੇ ਨਾਲ ਡਿਸਟਰਬ ਕਰਨਗੇ, ਜਿਹਦਾ ਆਮ ਲੋਕਾਂ ਨੂੰ ਤਾਂ ਉਹਦੇ ਬਾਰੇ ਕੋਈ ਪਤਾ ਨਹੀਂ ਕਿੱਦਾਂ ਡਿਸਟਰਬ ਕਰਨਗੇ। ਪਰ ਜਿਹੜੇ ਮੋਰਚਾ ਚਲਾਉਣ ਵਾਲੀਆਂ ਜਥੇਬੰਦੀਆਂ ਸੀਆਂ, ਕਿਸਾਨ ਤੇ ਮਜ਼ਦੂਰ, ਉਹਨਾਂ ਨੇ ਆਪਣੇ ਵੱਲੋਂ ਇਹੀ ਅਪੀਲ ਕੀਤੀ ਸੀ, ਵਾਰ-ਵਾਰ ਅਪੀਲ ਕੀਤੀ ਸੀ ਵੀ ਤੁਸੀਂ ਸ਼ਾਂਤ ਰਹਿਣਾ, ਡਿਸਿਪਲਿਨ ਦੇ ਵਿੱਚ ਰਹਿਣਾ। ਉਹਨਾਂ ਆਪਣੇ ਵੱਲੋਂ ਬੜੀ ਕੋਸ਼ਿਸ਼ ਇਸ ਵਿਸ਼ੇ ਦੀ ਕੀਤੀ, ਇਹਦੇ ਵਿੱਚ ਕੋਈ ਦੋ ਰਾਹ ਨਹੀਂ। ਤੇ ਉਹ ਜਿਹੜਾ ਆਪਾਂ ਜੱਟ ਹੈ ਉਹਦੇ ਬਾਅਦ ਗੱਲ ਕਰਦੇ ਹਾਂ, ਪਰ ਜੱਟ ਕਿੱਧਰ ਨੂੰ ਗਿਆ, ਕਿੱਦਾਂ ਲੈ ਗਏ। ਤੇ ਉਹਦੇ ਵਿੱਚੋਂ ਜਿਹੜੇ ਕੁਝ ਬੰਦੇ ਜਿਨ੍ਹਾਂ ਦੀ ਉਹਨਾਂ ਨੇ ਗੌਰਮੈਂਟਾਂ ਨੇ ਜਾਂ ਉਹਨਾਂ ਨੂੰ ਏਜੰਸੀਆਂ ਕਹਿ ਲਓ ਜਾਂ ਉਹਨਾਂ ਦੇ ਗੌਰਮੈਂਟ ਦੇ ਬੰਦੇ ਕਹਿ ਲਓ ਜਿਨ੍ਹਾਂ ਨੇ ਡਿਊਟੀਆਂ ਲਾਈਆਂ ਸੀ ਪਿਆ ਇਸ ਤਰੀਕੇ ਨਾਲ ਤੁਸੀਂ ਕਰਨਾ ਜਿੱਦਾਂ ਗੌਰਮੈਂਟਾਂ ਕਰਦੀਆਂ ਹੀ ਆ। ਕਿਉਂਕਿ ਇਸ ਗੱਲੋਂ ਤਾਂ ਸਾਡੀ ਗੌਰਮੈਂਟ ਪਹਿਲਾਂ ਹੀ ਕਾਫੀ ਬਦਨਾਮ ਆ ਕਿ ਵਾਰ-ਵਾਰ ਤਰ੍ਹਾਂ ਦੇ ਝੂਠ ਬੋਲ ਕੇ ਤੇ ਤਰ੍ਹਾਂ ਦੇ ਪੱਤੇ ਖੇਡ ਕੇ ਜਿਹੜੇ ਵੀ ਅੰਦੋਲਨ ਹੁਣ ਤੱਕ ਚੱਲਿਆ ਉਹਨਾਂ ਨੂੰ ਡਿਸਟਰਬ ਕੀਤਾ ਗਿਆ ਜਾਂ ਉਹਨਾਂ ਨੂੰ ਕੁੱਟਿਆ ਗਿਆ ਜਾਂ ਉਹਨਾਂ ਨੂੰ ਮਾਰਿਆ ਗਿਆ। ਤੇ ਇੱਕ ਪੱਤਾ ਜਿਹੜਾ ਆਮ ਤੌਰ 'ਤੇ ਖੇਡਿਆ ਜਾਂਦਾ ਆ ਉਹ ਆ ਹਿੰਦੂ ਸਿੱਖ ਆ, ਹਿੰਦੂ ਮੁਸਲਮਾਨ ਆ, ਹਿੰਦੂ ਕ੍ਰਿਸਚਨ ਆ। ਹਮੇਸ਼ਾ ਜਾਤ ਬਰਾਦਰੀ ਦਾ ਪੱਤਾ ਖੇਡਿਆ ਜਾਂਦਾ। ਪਰ ਅਸੀਂ ਉਸ ਚੀਜ਼ ਦੇ ਧਾਰਨੀ ਆ ਕਿ ਅੱਬਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਜਿਹੜੀ ਧਰਤੀ ਹੈ, ਮੋਰਚਾ ਜਿਹੜਾ ਕਿਸਾਨਾਂ ਦਾ ਹੈ, ਇਹ ਜਿਹੜੀ ਧਰਤੀ ਹੈ ਜਦੋਂ ਤੁਸੀਂ ਉਹਦੇ ਵਿੱਚ ਬੀਜ ਬੀਜਦੇ ਆ, ਧਰਤੀ ਕਿਸੇ ਨੂੰ ਨਹੀਂ ਪੁੱਛਦੀ ਵੀ ਇਹ ਜਿਹੜਾ ਬੀਜ ਬੀਜਿਆ ਗਿਆ ਆ ਇਹ ਜੱਟ ਨੇ ਬੀਜਿਆ ਹੈ, ਕਿਹੜੇ ਕਿਸਾਨ ਨੇ ਬੀਜਿਆ ਹੈ, ਬਾਹਮਣ ਨੇ ਬੀਜਿਆ ਹੈ, ਖੱਤਰੀ ਨੇ ਬੀਜਿਆ, ਕਿਸੇ ਮੁਸਲਮਾਨ ਨੇ ਬੀਜਿਆ, ਕਿਸੇ ਰਾਮਦੇਵ ਨੇ ਬੀਜਿਆ। ਕਿ ਧਰਤੀ ਕਿਸੇ ਨੂੰ ਨਹੀਂ ਪੁੱਛਦੀ। ਧਰਤੀ ਆਪਣਾ ਕਰਮ ਕਰਦੀ ਹੈ ਜਿਹੜਾ ਉਹਦਾ ਕਰਮ ਹੈ। ਤੇ ਨਾ ਹੀ ਅਕਾਲ ਪੁਰਖ ਨੇ ਜਾਤ ਬਰਾਦੀਆਂ ਬਣਾਈਆਂ, ਪਰ ਅਸੀਂ ਉਹਨਾਂ ਨੂੰ ਆਪਣੇ ਤਰੀਕੇ ਨਾਲ ਉਹਦੇ ਪੱਤੇ ਖੇਡ ਕੇ ਉਹਨਾਂ ਨੂੰ ਆਪਸ ਵਿੱਚ ਲੜਾ ਕੇ ਤੇ ਆਪਣੀਆਂ ਜਿਹੜੀਆਂ ਰਾਜਗੱਦੀ ਜਿਹੜੀਆਂ ਉਹ ਕਾਇਮ ਰੱਖਦੇ ਆ ਜਾਂ ਆਪਣੀਆਂ ਰਾਜਗੱਦੀਆਂ ਚਲਾਉਂਦੇ ਆ ਜਾਂ ਆਪਣੇ ਰਾਜ ਦਾ ਨਿੱਘ ਮੰਨਦੇ ਆ। ਪਰ ਇਹ ਜਿਹੜਾ ਮੋਰਚਾ ਹੈ ਕਿਸਾਨ ਦਾ ਮੋਰਚਾ ਹੈ। ਅਕਾਲ ਪੁਰਖ ਵਾਹਿਗੁਰੂ ਇਹਦੀ ਅਗਵਾਈ ਕਰ ਰਿਹਾ ਹੈ। ਪਰਮਾਤਮਾ ਰਾਮ ਅੱਲਾ ਈਸ਼ਵਰ ਜਿਹਨੂੰ ਕਹਿੰਦੇ ਆ, ਇਹ ਉਹਦੀ ਅਗਵਾਈ ਕਰ ਰਿਹਾ। ਕਿਉਂਕਿ ਜਦੋਂ ਵੀ ਅੱਤ ਹੋ ਜਾਂਦੀ ਆ ਤੇ ਅੱਤ ਤੇ ਖੁਦਾ ਦਾ ਕਹਿੰਦੇ ਬੈਰ ਹੁੰਦਾ। ਇਹ ਕਿਸਮ ਦੀ ਇਸ ਵੇਲੇ ਅੱਤ ਹੋ ਰਹੀ ਆ। ਕੂੜ ਜਿਹੜਾ ਪ੍ਰਧਾਨ ਆ ਉੱਥੇ ਇਸ ਵੇਲੇ ਚੱਲ ਰਿਹਾ, ਉਹਦਾ ਖਾਤਮਾ ਕਰਨ ਵਾਸਤੇ ਉੱਪਰ ਵਾਲਾ ਜਿਹੜਾ ਆਪ ਸਮੇਂ ਆ ਕੇ ਉਹ ਅਗਵਾਈ ਦਿੰਦਾ। ਇਹਦੀ ਮਿਸਾਲਾਂ ਆਪਾਂ ਅੱਗੇ ਜਾ ਕੇ ਦੇਖਾਂਗੇ। ਤੇ ਉਹ ਜਦੋਂ 26 ਤਰੀਕ ਦਾ ਐਲਾਨ ਹੋ ਗਿਆ ਤੇ ਉੱਥੋਂ ਉਹਨਾਂ ਨੂੰ ਟਾਈਮ ਦਿੱਤਾ ਗਿਆ ਵੀ ਤੁਸੀਂ 9 ਵਜੇ ਜਾਂ 10 ਵਜੇ ਤੁਸੀਂ ਇੱਥੋਂ ਤੁਰਨਾ ਤੇ ਉਦੋਂ ਗਾਂ ਤੁਹਾਨੂੰ ਆਹ ਰਸਤਾ ਜਿਹੜੇ ਵੀ ਉਹਨਾਂ ਨੇ ਟੁੱਟੇ ਭੱਜੇ ਜੋ ਵੀ ਰਸਤੇ ਦਿੱਤੇ ਸੀ ਵੀ ਇਹਨਾਂ ਦੇ ਉੱਤੇ ਤੁਸੀਂ ਜਾਣਾ। ਹੁਣ ਉਹ ਜਿਹੜੇ ਲੋਕੀ ਸੀਗੇ ਜਿਹੜੇ ਲੀਡਰ ਸੀ ਉਹਨਾਂ ਨੂੰ ਤਾਂ ਪਤਾ ਸੀ ਕਿਉਂਕਿ ਉਹਨਾਂ ਨੂੰ ਕੰਪਲੇਨ ਸੀ। ਆਮ ਲੋਕਾਂ ਨੂੰ ਤਾਂ ਉਹਦੇ ਬਾਰੇ ਕੋਈ ਪਤਾ ਨਹੀਂ। ਪਰ ਜਿਹੜੀ ਸਰਕਾਰ ਨੇ ਕੁਝ ਬੰਦੇ ਇੱਦਾਂ ਦੇ ਬਣਾਏ ਸੀ, ਜਿਹੜਾ ਇੱਕ ਗਰੁੱਪ ਬਣਾਇਆ ਸੀ, ਉਹ ਉੱਥੇ 7, 7:30, 8 ਵਜੇ ਉੱਥੇ ਪਹੁੰਚ ਗਏ ਤੇ ਗਿਣੀ ਮਿੱਠੀ ਸਾਜ਼ਿਸ਼ ਤਾਂ ਉਹਨਾਂ ਨੇ ਉਸ ਰੋਡ ਦੇ ਉੱਤੇ ਉਹਨਾਂ ਨੂੰ ਮੰਗਾਤਾ ਜਿਹੜਾ ਸਿੱਧਾ ਲਾਲ ਕਿਲ੍ਹੇ ਵੱਲ ਨੂੰ ਜਾਂਦਾ ਸੀ। ਤੇ ਜਿਹੜਾ ਕਿਸਾਨਾਂ ਨੂੰ ਟਾਈਮ ਦਿੱਤਾ ਗਿਆ ਸੀ ਜਾਂ ਕਿਸਾਨਾਂ ਨੂੰ ਰਸਤਾ ਦਿੱਤਾ ਗਿਆ ਸੀ, ਉਸ ਰਸਤੇ ਉੱਤੇ ਬੈਰੀਅਰ ਲਾ ਦਿੱਤੇ ਗਏ।
ਉਹਨਾਂ ਨੇ ਸਾਰੇ ਬੋਲ ਬੋਲ ਕੇ ਦੱਸਦੇ ਪਏ ਉੱਤੇ ਬਾਰੀਆਂ ਤੇ ਜਿਹੜੇ ਬਾਹਰੋਂ ਹੋਰ ਪਿੱਛੋਂ ਆ ਰਹੇ ਲੋਕ ਉਹਨਾਂ ਤੇ ਇਹ ਦੇਖਣਾ ਵੀ ਗੱਡੀ ਟਰਾਲੀ ਕਿੱਧਰ ਨੂੰ ਜਾਏ, ਉਸੇ ਤਰੀਕੇ ਨਾਲ ਉਹ ਪਿੱਛੇ ਚਲੇ ਗਏ। ਉਹਨਾਂ ਦਾ ਦੋਸ਼ ਕੋਈ ਨਹੀਂਗਾ। ਇਹ ਤਾਂ ਸਾਰਾ ਕੋਈ ਇੱਕ ਸ਼ਾਸਨ ਦੇ ਅਧੀਨ ਹੋ ਰਿਹਾ। ਅੱਗੋਂ ਜਾ ਕੇ ਜਿੱਥੋਂ ਉਹਨਾਂ ਨੇ ਟਰਨ ਕਰਨਾ ਜਾਂ ਮੋੜ ਕਰਨਾ, ਉੱਥੋਂ ਵੀ ਜਿਹੜਾ ਆ ਉਹ ਪੁਲਿਸ ਨੇ ਮੋੜ ਕਰਾਉਣਾ ਸੀ, ਉੱਥੋਂ ਵੀ ਉਹਨਾਂ ਨੇ ਆਪਣੇ ਤਰੀਕੇ ਨਾਲ ਪਹਿਲੇ ਗਰੁੱਪ ਨੂੰ ਲੰਘਾਤਾ, ਜਿਹੜੇ ਬਾਕੀ ਦੇ ਸੀ ਉਹਦੇ ਮਗਰੇ ਉਹਦੇ ਲੰਘ ਗਏ। ਤੇ ਹੋਇਆ ਕਿ ਦਿੱਲੀ ਦੇ ਲੋਕਾਂ ਨੇ, ਸਾਰੀ ਦਿੱਲੀ ਦੇ ਵਿੱਚ ਜਿੱਥੇ ਜਿੱਥੇ ਵੀ ਪਰੇਡ ਹੋਈ, ਜਿਹੜੇ ਰਸਤੇ ਤੇ ਵੀ ਲੰਘੇ, ਦਿੱਲੀ ਦੇ ਲੋਕਾਂ ਨੇ, ਚਾਹੇ ਮੁਸਲਮਾਨ ਸੀ, ਚਾਹੇ ਈਸਾਈ ਸੀ, ਚਾਹੇ ਹਿੰਦੂ ਸੀ, ਚਾਹੇ ਕ੍ਰਿਸਚਨ ਸੀ, ਕੋਈ ਵੀ ਸੀ, ਉਹਨਾਂ ਨੇ ਇਸ ਮੋਰਚੇ ਦਾ ਰੱਜ ਕੇ ਸਤਿਕਾਰ ਕੀਤਾ, ਫੁੱਲਾਂ ਦੀਆਂ ਵਰਖਾ ਕੀਤੀਆਂ, ਸਾਰਾ ਕੁਝ ਉਹਨਾਂ ਨੇ ਕੀਤਾ, ਪੂਰਾ ਸਤਿਕਾਰ ਕੀਤਾ, ਪੂਰਾ ਉਹਨਾਂ ਨੇ ਕਾਮਯਾਬ ਕੀਤਾ। ਕਿਸੇ ਨੇ ਨਹੀਂ ਦੇਖਿਆ ਵੀ ਤੇਰੀ ਜਾਤ ਕੀ ਹੈ, ਤੇਰੀ ਬਰਾਤ ਕੀ ਹੈ। ਔਰ ਇਸੇ ਸਾਰੇ ਪਤਾ ਨਹੀਂ ਲੱਖਾਂ ਦੇ ਹਿਸਾਬ ਨਾਲ, ਜੇ 2-2.5 ਲੱਖ ਜਿਹੜਾ ਆ ਉਹ ਟਰੈਕਟਰ ਹੋਊਗਾ ਤੇ ਘੱਟ ਤੋਂ ਘੱਟ 10 ਲੱਖ ਦੇ ਕਰੀਬ ਬੰਦਾ ਹੋਊਗਾ। 10 ਲੱਖ ਦੇ ਬੰਦੇ ਨੇ, 10 ਲੱਖ ਦੇ ਇਕੱਠ ਨੇ ਕਿਸੇ ਵੀ ਇੱਕ ਸਰਕਾਰੀ ਪ੍ਰਾਪਰਟੀ ਨੂੰ, ਪ੍ਰਾਈਵੇਟ ਪ੍ਰਾਪਰਟੀ ਨੂੰ, ਕਿਸੇ ਬੱਸ ਨੂੰ ਜਾਂ ਹੋਰ ਕਿਸੇ ਵੀ ਇੱਦਾਂ ਦੀਆਂ ਚੀਜ਼ਾਂ ਨੂੰ ਕੋਈ ਅੱਗ ਨਹੀਂ ਲਾਈ, ਕੋਈ ਤੋੜ ਭੰਨ ਨਹੀਂ ਕੀਤੀ, ਕੋਈ ਹੋਰ ਇੱਦਾਂ ਦਾ ਕੰਮ ਨਹੀਂ ਕੀਤਾ ਜਿਹੜਾ ਅਸੀਂ ਕਹਿ ਦਈਏ ਕਿ ਉਹ ਹਿੰਸਕ ਹੋਏ ਆ ਜਾਂ ਉਹਨਾਂ ਨੇ ਗਲਤ ਕੰਮ ਕੀਤਾ। ਇਹ ਸ਼ਾਬਾਸ਼ ਆ ਉਹਨਾਂ ਅੰਦੋਲਨਕਾਰੀਆਂ ਦੇ ਜਿਹੜੇ ਉੱਥੇ ਅੰਦੋਲਨ ਕਰਦੇ, ਆਪਣੇ ਹੱਕਾਂ ਦੀ ਲੜਦੇ ਪਏ ਆ। ਪਰ ਇਹ ਬਹੁਤ ਵੱਡੀ ਗੱਲ ਆ ਕਿ ਐਡੇ ਵੱਡੇ ਹਜੂਮ ਨੂੰ, ਐਡੇ ਵੱਡੇ ਲੋਕਾਂ ਦੇ ਇਕੱਠ ਨੂੰ ਜਿਹੜਾ ਗੁੱਸੇ ਦੇ ਵਿੱਚ ਵੀ ਹੋਵੇ ਤੇ ਗਲੀਆਂ ਸੜਕਾਂ ਦੇ ਵਿੱਚ ਘੁੰਮ ਫਿਰ ਕੇ ਕਿਸੇ ਨੂੰ ਨੁਕਸਾਨ ਨਾ ਪਹੁੰਚਾਵੇ। ਇਹ ਸਾਬਤ ਕਰਦਾ ਕਿ ਉਹਨਾਂ ਦੇ ਪਿੱਛੇ ਕੋਈ ਇੱਕ ਤਾਕਤ ਜਿਹੜੀ ਸੀ, ਮੈਂ ਤਾਂ ਇਹ ਮੰਨਦਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਸੀਗਾ, ਜਿਹੜੀ ਉਹ ਸ਼ਕਤੀ ਜਿਹੜੀ ਦਿੱਤੀ ਸੀ, ਜਿਹੜਾ ਸਾਰਿਆਂ ਦੇ ਵਿੱਚ ਵੱਜਦਾ, ਜਿਹਦੇ ਕੋਲ ਸਾਰਿਆਂ ਦਾ ਹੀ ਕੰਟਰੋਲ ਆ, ਸਾਰਿਆਂ ਦੇ ਦਿਮਾਗ ਤੇ, ਸਾਰਿਆਂ ਦੀ ਆਤਮਾ ਤੇ ਜਿਹਦਾ ਕੰਟਰੋਲ ਆ, ਉਹ ਆਪ ਹੀ ਉਹਨਾਂ ਕੰਟਰੋਲ ਕਰਦਾ ਤੇ ਸਿੱਧੇ ਰਸਤੇ ਤੇ ਉਹਨਾਂ ਨੂੰ ਲੈ ਕੇ ਜਾ ਰਿਹਾ ਸੀ, ਜਿਨ੍ਹਾਂ ਨੇ ਕਿਸੇ ਦਾ ਨੁਕਸਾਨ ਨਹੀਂ ਕੀਤਾ। ਸਗੋਂ ਆਪਸ ਵਿੱਚ ਪਿਆਰ ਮੁਹੱਬਤ ਜਿਹੜੀ ਆ ਉਹ ਵਧੀ। ਸਾਰਿਆਂ ਨੇ ਇਹ ਨਹੀਂ ਦੇਖਿਆ ਵੀ ਆਹ ਕੌਣ ਹੈ ਤੇ ਉਹ ਕੌਣ। ਜਦੋਂ ਫੁੱਲਾਂ ਦੀ ਵਰਖਾ ਕਰਦੇ ਸੀ ਉਹਦੇ ਥੱਲੇ ਜਿਹੜੇ ਆ ਮੁਸਲਮਾਨ ਵੀ ਸੀ, ਈਸਾਈ ਵੀ ਸੀ, ਹਿੰਦੂ ਵੀ ਸੀ, ਸਿੱਖ ਵੀ ਸੀ, ਸਾਰੇ ਧਰਮਾਂ ਦੇ ਬੰਦੇ ਸੀਗੇ। ਤੇ ਜਿਹੜੇ ਉੱਤੋਂ ਫੁੱਲ ਸਿੱਟਦੇ ਸੀਗੇ ਉਹ ਵੀ ਸਾਰੇ ਧਰਮਾਂ ਦੇ ਬੰਦੇ ਸੀ। ਇੱਥੇ ਜਾਤ ਪਾਤ ਬਰਾਦਰੀ ਦੀ ਕੋਈ ਗੱਲ ਨਹੀਂ ਸੀ। ਪਰ ਉਹ ਸਾਰਾ ਘੁੰਮ ਕੇ ਜਦੋਂ ਉਹ ਆਪਣਾ ਚੱਕਰ ਲਾ ਕੇ ਆ ਰਹੇ ਸੀ, ਕਰ ਰਹੇ ਸੀ, ਪਰ ਜਿਹੜਾ ਦੂਸਰਾ ਗਰੁੱਪ ਜਿਹੜਾ ਲਾ ਕੇ ਤੇ ਪਹੁੰਚ ਗਿਆ, ਉਸ ਜਗ੍ਹਾ ਤੇ ਪਹੁੰਚ ਗਿਆ ਜਿਹੜੇ ਜਗ੍ਹਾ ਤੇ ਪ੍ਰਧਾਨ ਮੰਤਰੀ ਜਿਹੜੇ ਹੈ ਸਾਡੇ ਮੁਲਕ ਦੇ, ਉਹਨਾਂ ਨੇ ਤਿਰੰਗਾ ਲਹਿਰਾਇਆ ਸੀ। ਤਿਰੰਗਾ ਜਿਹੜਾ ਸਾਡੇ ਮੁਲਕ ਦਾ ਇੱਕ ਸ਼ਾਨ ਆ, ਸ਼ੌਕਤ ਆ, ਜਿੱਦਾਂ ਹਰ ਮੁਲਕ ਦਾ ਇੱਕ ਨਿਸ਼ਾਨ ਹੁੰਦਾ, ਉਸੇ ਤਰੀਕੇ ਨਾਲ ਇੱਕ ਤਿਰੰਗਾ ਜਿਹੜਾ ਉਹ ਹਿੰਦੁਸਤਾਨ ਭਾਰਤ ਵਰਸ਼ ਦੀ ਇੱਕ ਨਿਸ਼ਾਨੀ ਹੈ ਇਨਸਾਨ। ਔਰ ਜਿਸ ਨੇ ਉਹ ਤਿਰੰਗਾ ਬਣਾਇਆ ਉਹਦੇ ਵਿੱਚ ਅਸੀਂ ਛੋਟੇ ਹੁੰਦੇ ਵੀ ਪੜ੍ਹਦੇ ਆਏ ਹਾਂ, ਗਾਉਂਦੇ ਵੀ ਆਏ ਹਾਂ, ਬੋਲਦੇ ਵੀ ਆਏ ਹਾਂ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਤੇ ਉਹ ਜਿਹੜੀ ਤਿਰੰਗੇ ਦੇ ਬਾਰੇ ਦੇ ਅਸੀਂ ਗੱਲ ਕਰਦੇ ਆਏ ਹਾਂ ਵੀ ਤਿਰੰਗੇ ਦੇ ਵਿੱਚ ਸਭ ਤੋਂ ਉੱਤੇ ਜਿਹੜਾ ਕੇਸਰੀ ਨਿਸ਼ਾਨ ਆ, ਜਿਹੜਾ ਕਿ ਬਲੀਦਾਨ ਦਾ ਨਿਸ਼ਾਨ ਆ, ਸ਼ਹਾਦਤਾਂ ਦਾ ਨਿਸ਼ਾਨ ਆ, ਸੂਰਮਿਆਂ ਦਾ ਨਿਸ਼ਾਨ ਆ। ਤੇ ਉਹਦੇ ਵਿੱਚ ਜਿਹੜਾ ਹਰਾ ਹੈ ਉਹ ਸ਼ਾਂਤੀ ਦਾ, ਤੇ ਥੱਲੇ ਜਿਹੜਾ ਆ ਉਹ ਕਿਸਾਨੀ ਦਾ ਆ, ਹਰਿਆਲੀ ਦਾ ਆ, ਸਾਰੇ ਜਿਹੜਾ ਭਾਰਤ ਵਰਸ਼ ਆ ਉਹ ਸਾਰਿਆਂ ਦੇ ਨਾਲ ਮਿਲ ਕੇ ਖੁਸ਼ਹਾਲ ਰਵੇ, ਉਹਦਾ ਨਿਸ਼ਾਨ ਹੈ। ਤੇ ਗੱਭੇ ਉਹਦੇ ਜਿਹੜਾ ਇੱਕ ਚੱਕਰ ਬਣਾਇਆ ਉਹ ਨੀਲਾ ਨਿਸ਼ਾਨ, ਨੀਲੇ ਰੰਗ ਦਾ ਨਿਸ਼ਾਨ ਪਾਇਆ, ਜਿਹੜਾ ਕਿ ਉਹ ਵੀ ਦੱਸਦਾ ਹੈ ਕਿ ਇਹ ਸਾਰੇ ਦੇ ਸਾਰੇ ਅਸੀਂ ਜਿੰਨੇ ਵੀ ਹਾਂ ਇਹਦੇ ਵਿੱਚ ਸਾਰੇ ਦੇ ਸਾਰੇ ਇਕੱਠੇ ਹਾਂ। ਹੁਣ ਉਹ ਨਿਸ਼ਾਨ ਜਿਹੜਾ ਉਸ ਜਗ੍ਹਾ ਦੇ ਉੱਤੇ ਲਾਲ ਕਿਲੇ ਉੱਤੇ ਝੁਕਦਾ ਪਿਆ, ਪਰ ਜਿਹੜੇ ਬੰਦੇ ਗਏ ਆ ਉੱਥੇ, ਜਿਹੜੀ ਗਿਣੀ ਮਿੱਠੀ ਸਾਜ਼ਿਸ਼ ਨਾਲ ਗਏ ਆ, ਤੇ ਉਹਨਾਂ ਦੀ ਸਾਜ਼ਿਸ਼ ਦੇ ਪਿੱਛੇ ਇੱਕ ਵੱਡੀ ਗੱਲ ਇਹੀ ਸੀਗੀ ਕਿਉਂਕਿ ਉਹਨਾਂ ਨੇ ਸਾਰੇ ਤਰ੍ਹਾਂ ਦੇ ਪੱਤੇ ਖੇਡ ਕੇ ਦੇਖੇ। ਉਹਨਾਂ ਪੱਤਿਆਂ ਵਿੱਚ ਸਭ ਤੋਂ ਵੱਡਾ ਪੱਤਾ ਇਹ ਸੀਗਾ ਕਿ ਇਹ ਲੋਕ ਜਿਹੜੇ ਆ, ਇੱਕ ਤਾਂ ਮੁੱਠੀ ਭਰਿਆ, ਦੂਸਰੇ ਪੰਜਾਬ ਤੋਂ ਆਏ ਆ, ਤੀਸਰੇ ਇਹ ਖਾਲਿਸਤਾਨੀ ਆ, ਇਹ ਅੱਤਵਾਦੀ ਆ, ਇਹ ਵੱਖਵਾਦੀ ਆ। ਇਹ ਇੱਕੋ ਪੱਤੇ ਦੇ ਵਿੱਚ ਹੀ ਇਹ ਸਾਰਾ ਕੁਝ ਗਿਣਿਆ ਮਿੱਥਿਆ ਸੀ। ਬਾਕੀ ਪੱਤੇ ਉਹਨਾਂ ਨੇ ਖੇਡ ਕੇ ਦੇਖ ਲਏ। ਜਿਹੜਾ ਹਰਿਆਣਾ ਸੀਗਾ ਉਹਨਾਂ ਨੇ ਇਹ ਕਹਿਤਾ ਕਿ ਇਹ ਸਾਡੇ ਵੱਡੇ ਭਰਾ ਆ, ਤੇ ਉਹਨਾਂ ਨੇ ਜੱਫੀਆਂ ਪਾ ਲਈਆਂ, ਭਾਵੇਂ ਉਹ ਹਿੰਦੂ ਵੀਰ ਸੀਗੇ, ਉਹਨਾਂ ਨੇ ਆਪਸ ਵਿੱਚ ਜੱਫੀਆਂ ਪਾ ਲਈਆਂ। ਤੇ ਉਹਨਾਂ ਨੇ ਇਸ ਚੀਜ਼ ਨੂੰ ਸਮਝ ਲਿਆ ਕਿ ਇਹ ਜਿਹੜੇ ਸਿਆਸੀ ਲੋਕ ਆ ਸਾਨੂੰ ਲੜਾਉਂਦੇ ਆ, ਪਰ ਅਸੀਂ ਇੱਕੋ ਮਾਂ ਦੇ ਜਾਏ ਆ, ਅਸੀਂ ਇਹ ਦੋਨੇ ਵੱਡਾ ਤੇ ਛੋਟਾ ਭਰਾ ਆ, ਅਸੀਂ ਆਪਸ ਵਿੱਚ ਨਹੀਂ ਲੜਨਾ। ਇਹ ਲੜਾਈ ਜਿਹੜੀ ਆ ਗਰੀਬ ਮਜ਼ਦੂਰ ਦੀ ਤੇ ਕਿਸਾਨ ਦੀ ਲੜਾਈ ਆ, ਅਸੀਂ ਇਹਨੂੰ ਰਲ ਕੇ ਲੜਨਾ।
ਹੁਣ ਉਹਦੇ ਵਿੱਚ ਇਹੀ ਪੱਤਾ ਜਿਹੜਾ ਕਈ ਵਾਰੀ ਅੱਗੇ ਖੇਡਿਆ ਕਿ ਇਸੇ ਪੱਤੇ ਨੂੰ ਤਹਿਤ ਹੁਣ ਦੁਬਾਰਾ ਫੇਰ ਲੋਕਾਂ ਵਿੱਚ ਪ੍ਰਚਾਰਨ ਲਈ, ਕਿਉਂਕਿ ਮੀਡੀਆ ਜਿਹੜਾ ਸਰਕਾਰ ਦਾ ਮੀਡੀਆ ਉਹ ਕੋਈ ਚੀਜ਼ ਫੜ ਕੇ ਉਹਨੂੰ ਇਸੇ ਤਰੀਕੇ ਨਾਲ ਹਾਈਲਾਈਟ ਕਰਦਾ। ਤੇ ਇੱਥੇ ਉਹਨਾਂ ਨੇ ਇਹ ਵਿਸ਼ਾ ਵੀ ਉਹ ਜਿਹੜਾ ਉੱਥੇ ਕੁਝ ਨੌਜਵਾਨਾਂ ਨੇ ਜਿਹੜਾ ਨਿਸ਼ਾਨ ਸਾਹਿਬ ਉੱਥੇ ਚਲਾਇਆ ਤੇ ਕਿਸਾਨੀ ਝੰਡਾ ਚਲਾਇਆ, ਜਿਹੜਾ ਇੱਕ ਵੱਖਰਾ ਲੱਗਾ ਸੀਗਾ ਥੰਮਾ ਜਿਹਾ, ਉਹਦੇ ਉੱਤੇ ਜਾ ਕੇ ਉਹਨਾਂ ਨੇ ਚੜ੍ਹ ਕੇ ਚਲਾਇਆ। ਤੇ ਉਹ ਅਸੀਂ ਦੇਖਦੇ ਹਾਂ ਜਦੋਂ ਜਿਹੜੀਆਂ ਤਸਵੀਰਾਂ ਉੱਥੋਂ ਆਈਆਂ, ਇੱਕ ਪਾਸੇ ਇੱਕ ਗਰੁੱਪ ਜਿਹੜਾ ਪੁਲਿਸ ਦਾ ਮੇਰੇ ਕੋਲ 50-100 ਬੰਦਾ ਹੋਊਗਾ ਜਿਹੜਾ ਕੁਰਸੀਆਂ ਦੇ ਉੱਤੇ ਬੈਠਿਆ, ਉਹ ਸਾਰਾ ਨਜ਼ਾਰਾ ਦੇਖ ਰਹੇ ਆ। ਦੂਏ ਪਾਸੇ ਇੱਕ ਗਰੁੱਪ ਆ ਜਿਹੜਾ ਕੁਝ ਜਿਹੜੇ ਨੌਜਵਾਨ ਆ ਉਹਨਾਂ ਨਾਲ ਲੜਾਈ ਝਗੜਾ ਕਰਦਾ ਪਿਆ, ਉਹਨਾਂ ਨੂੰ ਕੁੱਟ ਮਾਰਦਾ ਪਿਆ। ਕੁਝ ਨੌਜਵਾਨ ਜਿਹੜੇ ਆ ਉਹਨਾਂ ਤੇ ਸੋਟੀ ਡਾਂਗ ਜਿਹੜੀ ਆ ਫੇਰਦੇ ਪਏ, ਤੇ ਕੁਝ ਨੌਜਵਾਨਾਂ ਦਾ ਗਰੁੱਪ ਜਿਹੜਾ ਉਸ ਜਗ੍ਹਾ ਤੇ ਖੜਾ ਹੈ ਜਿੱਥੇ ਉਹ ਨਿਸ਼ਾਨ ਸਾਹਿਬ ਨੂੰ ਚਲਾਇਆ ਜਾ ਰਿਹਾ। ਤੇ ਉਹ ਜਿਹੜਾ ਉਸ ਸਮੇਂ ਮਖੌਲ ਬਣਾਇਆ ਗਿਆ ਉਹਨਾਂ ਦੀ ਸੋਚੀ ਸਮਝੀ ਸਕੀਮ ਦੇ ਨਾਲ, ਉਹ ਇਹ ਕਿਹਾ ਗਿਆ ਵੀ ਦੇਖੋ ਖਾਲਿਸਤਾਨੀ ਆ ਗਏ, ਦੇਖੋ ਖਾਲਿਸਤਾਨੀ ਆ ਗਏ, ਦੇਖੋ ਅੱਤਵਾਦੀ ਆ ਗਏ, ਦੇਖੋ ਅੱਤਵਾਦੀ ਆ ਗਏ। ਅਸੀਂ ਇਹ ਪਹਿਲਾਂ ਕਹਿੰਦੇ ਸੀ ਇਹ ਜਿਹੜਾ ਗਰੁੱਪ ਹੈ ਇਹ ਅੱਤਵਾਦੀ ਹੈ, ਵੱਖਵਾਦੀ ਹੈ, ਪੰਜਾਬੀ ਆ, ਇਹ ਸਿੱਖ ਆ, ਇਹਨਾਂ ਨੇ ਖਾਲਿਸਤਾਨ ਦਾ ਝੰਡਾ ਜਿਹੜਾ ਉੱਥੇ ਚਲਾਤਾ, ਤਿਰੰਗੇ ਦੀ ਬੇਅਦਬੀ ਕੀਤੀ ਹੈ, ਤਿਰੰਗੇ ਨੇ ਇਸ ਤਰੀਕੇ ਨਾਲ ਬਹੁਤ ਵੱਡਾ ਪ੍ਰਾਪੋਗੰਡਾ ਜਿਹੜਾ ਉੱਥੇ ਕੀਤਾ ਗਿਆ ਤਾਂ ਕਿ ਇਹ ਜਿਹੜਾ ਸੰਘਰਸ਼ ਆ ਇਹਨੂੰ ਕਿਸੇ ਤਰੀਕੇ ਨਾਲ ਖਤਮ ਕਰਤਾ ਜਾਵੇ, ਇਸ ਕਿਸੇ ਨੂੰ ਬਦਨਾਮ ਕੀਤਾ ਜਾਵੇ। ਪਰ ਜੇ ਵੀਰ ਜੀ ਆਪਾਂ ਬਹੁਤ ਸੋਹਣੇ ਤਰੀਕੇ ਨਾਲ ਸੋਚੀਏ, ਭਾਵੇਂ ਅਸੀਂ ਉਸ ਚੀਜ਼ ਦੀ ਹਮਾਇਤ ਨਹੀਂ ਕਰਦੇ ਕਿ ਉਹ ਜਿਹੜਾ ਉੱਥੇ ਜੋ ਕੁਛ ਵੀ ਉਹ ਨੌਜਵਾਨਾਂ ਨੇ ਕੀਤਾ ਅਸੀਂ ਉਹਦੀ ਹਮਾਇਤ ਨਹੀਂ ਕਰਦੇ, ਭਾਵੇਂ ਉਹ ਗਰੁੱਪ ਜਿਹੜਾ ਉਹਨਾਂ ਨੇ ਲਿਆ ਕੇ ਉੱਥੇ ਕੀਤਾ ਅਸੀਂ ਉਹਦੀ ਹਮਾਇਤ ਨਹੀਂ ਕਰਦੇ। ਪਰ ਜੇ ਇੱਕ ਆਪਾਂ ਨੋਰਮਲ ਵੀ ਇੱਕ ਥੋੜ੍ਹੀ ਜਿਹੀ ਸੋਚ ਦੇ ਨਾਲ ਟਰਮੇ ਦੇ ਨਾਲ ਸੋਚੀਏ ਤੇ ਜਿਹੜਾ ਨਿਸ਼ਾਨ ਸਾਹਿਬ ਆ ਉਹ ਇਸ ਚੀਜ਼ ਦਾ ਪ੍ਰਤੀਕ ਆ ਕਿ ਇਹ ਜਗ੍ਹਾ ਜਿੱਥੇ ਨਿਸ਼ਾਨ ਸਾਹਿਬ ਲੱਗਾ, ਇੱਥੇ ਨਿਮਾਣੇ ਨੂੰ ਮਾਣ ਮਿਲਦਾ ਆ, ਨਤਾਣੇ ਨੂੰ ਤਾਣ ਮਿਲਦਾ ਆ, ਭੁੱਖੇ ਨੂੰ ਰੋਟੀ ਮਿਲਦੀ ਆ, ਜਿਹਦੇ ਕੋਲ ਰਹਿਣ ਦੀ ਜਗ੍ਹਾ ਨਹੀਂ ਉਹਨੂੰ ਰਹਿਣ ਦੀ ਜਗ੍ਹਾ ਦਿੱਤੀ ਜਾਂਦੀ ਹੈ, ਜਿਹਦੇ ਕੋਲ ਕੱਪੜਾ ਨਹੀਂ ਉਹਨੂੰ ਕੱਪੜਾ ਦਿੱਤਾ ਜਾਂਦਾ। ਫਿਰ ਨਿਸ਼ਾਨ ਸਾਹਿਬ ਜਿਹੜਾ ਆ ਉਹ ਖਾਲਸੇ ਦਾ ਨਿਸ਼ਾਨ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਤੇ ਖਾਲਸੇ ਦਾ ਉਹ ਨਿਸ਼ਾਨ ਸਾਹਿਬ ਆ। ਤੇ ਦੁਨੀਆ ਦੇ ਉੱਤੇ ਜਿਤਨੇ ਵੀ ਗੁਰਦੁਆਰਾ ਸਾਹਿਬ ਹੈ ਉਹਨਾਂ ਸਾਰੇ ਗੁਰਦੁਆਰਿਆਂ ਦੇ ਉੱਤੇ ਉਹ ਨਿਸ਼ਾਨ ਸਾਹਿਬ ਝੂਲਦਾ, ਤੇ ਸਾਰੇ ਹੀ ਗੁਰੂ ਘਰਾਂ ਦੇ ਵਿੱਚ ਹਰ ਆਏ ਗਰੀਬ ਦੀ ਜਿਹੜੀਆਂ ਮਦਦ ਕੀਤੀ ਜਾਂਦੀ ਆ। ਕਿਸੇ ਨਹੀਂ ਦੇਖਿਆ ਜਾਂਦਾ ਵੀ ਕਿਹੜੀ ਜਾਤ ਦਾ, ਕਿਹੜੀ ਪੱਤ ਦਾ, ਕਿਹੜੇ ਪਾਸੋਂ ਆਇਆ, ਜੋ ਵੀ ਉਹਦੀ ਜ਼ਰੂਰਤ ਹੋਵੇ ਉਹ ਹਰ ਗੁਰਦੁਆਰਾ ਸਾਹਿਬ ਤੇ ਪੂਰੀ ਕੀਤੀ ਜਾਂਦੀ ਹੈ। ਤੇ ਉੱਥੇ ਰਹਿਣ ਵਾਲੇ ਜਿਹੜੇ ਸਿੰਘ ਆ ਹਮੇਸ਼ਾ ਜ਼ੁਲਮ ਦੇ ਲਈ ਲੜਨ ਵਾਸਤੇ ਤਤਪਰ ਰਹਿੰਦੇ ਆ, ਤਿਆਰ ਰਹਿੰਦੇ ਆ। ਹਿੰਦੁਸਤਾਨ ਦੇ ਵਿੱਚ, ਭਾਰਤ ਵਰਸ਼ ਦੇ ਵਿੱਚ ਜਿੰਨੇ ਵੀ ਬਾਰਡਰ ਆ, ਜਿੰਨੇ ਵੀ ਉੱਥੇ ਸਿੱਖ ਰੈਜੀਮੈਂਟਾਂ ਹੈਗੀਆਂ, ਜਿੰਨੇ ਵੀ ਉੱਥੇ ਸਿੱਖ ਰੈਜੀਮੈਂਟ ਨੇ ਗੁਰਦੁਆਰੇ ਬਣਾਏ ਆ, ਉਹਨਾਂ ਸਾਰਿਆਂ ਹੀ ਰੈਜੀਮੈਂਟਾਂ ਦੇ ਵਿੱਚ ਉਹਨਾਂ ਉੱਥੇ ਨਿਸ਼ਾਨ ਸਾਹਿਬ ਜਿਹੜੇ ਇਸੇ ਹੀ ਤਰੀਕੇ ਦੇ ਨਾਲ ਝੁਲਦੇ ਆ। ਉੱਥੇ ਕੋਈ ਅੱਤਵਾਦ ਤਾਂ ਵੱਖਵਾਦ ਦੀ ਜਾਂ ਖਾਲਿਸਤਾਨ ਦੀ ਕੋਈ ਗੱਲ ਨਹੀਂ ਹੁੰਦੀ, ਉਹੀ ਨਿਸ਼ਾਨ ਉੱਥੇ ਝੁਲਦੇ ਆ। ਤੇ ਪਿਛਲੀ ਜਿਹੜੀ ਅਸੀਂ ਵੀਡੀਓ ਦੇਖੀ ਉਹਦੇ ਵਿੱਚ ਰਾਜਨਾਥ ਜਿਹੜੇ ਹੈਗੇ ਆਪਣੇ ਰੱਖਿਆ ਮੰਤਰੀ, ਉਹ ਆਪ ਜਕਾਰੇ ਛਡਾਉਂਦੇ ਆ ਸਿੰਘਾਂ ਦੇ ਤੋਂ। ਆਪ ਕਹਿੰਦੇ ਆ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ, ਆਪ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਨਹੀਂ ਦੁਬਾਰਾ ਫੇਰ ਸਿੰਘਾਂ ਨੂੰ ਕਹਿੰਦੇ ਆ ਵੀ ਤੁਸੀਂ ਆਪਣੀ ਫਤਿਹ ਜਗਾਓ, ਆਪਣੇ ਜਕਾਰਾ ਛੱਡੋ। ਤੇ ਨਿਸ਼ਾਨ ਸਾਹਿਬ ਜਿਹੜਾ ਸਾਹਮਣੇ ਝੁਲਦਾ ਹੁੰਦਾ ਉੱਥੇ ਉਹ ਅੱਤਵਾਦੀ ਜਾਂ ਵੱਖਵਾਦੀ ਨਹੀਂ, ਕਿਉਂਕਿ ਪਤਾ ਆ ਇਹ ਜਿਹੜੀ ਕੌਮ ਆ ਇਹ ਜ਼ੁਲਮ ਦੇ ਖਿਲਾਫ ਹਮੇਸ਼ਾ ਲੜਦੀ ਆਈ ਹੈ। ਤੇ ਇਹਨਾਂ ਨੇ ਹਮੇਸ਼ਾ ਮਜ਼ਲੂਮ ਦੀ ਜਿਹੜੀ ਬਾਂਹ ਫੜੀ ਆ। ਜਦੋਂ ਪਰੇਡ ਹੋਈ ਆ, ਉਸੇ ਸਵੇਰ ਨੂੰ ਪਰੇਡ ਹੋਈ ਆ, ਉਦੋਂ ਉੱਥੇ ਪੰਜਾਬ ਦੀ ਝਾਕੀ ਗਈ ਆ, ਜਿਹਦੇ ਝਾਕੀ ਦੇ ਵਿੱਚ ਆਸੇ-ਪਾਸੇ 4-5 ਨਿਸ਼ਾਨ ਸਾਹਿਬ ਲੱਗੇ ਸੀ। ਉਹ ਇਸੇ ਤਰੀਕੇ ਦੇ ਨਿਸ਼ਾਨ ਸਾਹਿਬ ਸੀ, ਇਸੇ ਕੱਪੜੇ ਦੇ ਬਣੇ ਸੀ, ਉਹੀ ਨਿਸ਼ਾਨ ਉੱਥੇ ਨਿਸ਼ਾਨ ਸਾਹਿਬ ਦੇ ਉੱਤੇ ਸੀ। ਉੱਥੇ ਉਹ ਅੱਤਵਾਦੀ ਜਾਂ ਵੱਖਵਾਦੀ ਨਹੀਂ ਸੀ। ਭਾਵ ਕਹਿਣ ਦੋ ਇਹ ਆ ਕਿ ਇਹ ਜਿਹੜੀ ਸਰਕਾਰ ਆ ਜਦੋਂ ਹੋਰ ਕੋਈ ਚਾਰਾ ਨਹੀਂ ਲੱਭਦਾ ਤੇ ਇਸ ਤਰੀਕੇ ਨਾਲ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਠੀਕ ਆ, ਅਸੀਂ ਉਹਨਾਂ ਦੇ ਖਿਲਾਫ ਹੈਗੇ ਆ। ਉਹ ਜੋ ਕੁਛ ਜਿਹੜੇ ਤਰੀਕੇ ਨਾਲ ਵੀ ਹੋਇਆ, ਪਰ ਜੋ ਕੁਛ ਵੀ ਹੋਇਆ ਉਹਦੇ ਨਾਲ ਸਾਡੇ ਮੁਲਕ ਨੂੰ ਕੋਈ ਐਡਾ ਖਤਰਾ ਨਹੀਂ ਪੈ ਗਿਆ, ਕੋਈ ਐਡਾ ਉਹਦੇ ਤੇ ਆਫਤ ਨਹੀਂ ਆ ਗਈ ਕਿ ਉਹ ਆ ਕੇ ਕਿਸੇ ਨੇ ਘੇਰਾ ਪਾ ਲਿਆ ਜਾਂ ਕੋਈ ਅੱਗ ਲਾਤੀ ਜਾਂ ਕਿ ਮੁਲਕ ਨੂੰ ਕੋਈ ਖਤਰਾ ਪੈਦਾ ਹੋ ਗਿਆ। ਮੁਲਕ ਨੂੰ ਕੋਈ ਖਤਰਾ ਪੈਦਾ ਨਹੀਂ ਹੋਇਆ। ਮੁਲਕ ਨੂੰ ਖਤਰਾ ਉਹਨਾਂ ਲੋਕਾਂ ਤੋਂ ਆ ਜਿਨ੍ਹਾਂ ਨੇ ਮੁਲਕ ਨੂੰ
ਜਿਹੜਾ ਆ ਵੇਚ ਕੇ ਖਾਣ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਲੋਕਾਂ ਨੇ ਜਿਹੜੇ ਮੁਲਕ ਨੂੰ ਲੁੱਟਣ ਵਾਲੇ ਸੀ, ਜਿਨ੍ਹਾਂ ਦੇ ਕੋਲ ਕਾਲਾ ਧਨ ਇਕੱਠਾ ਕੀਤਾ ਸੀ, ਉਹਨਾਂ ਨੂੰ ਮੁਲਕ ਦੇ ਵਿੱਚੋਂ ਬਾਹਰ ਭੇਜ ਦਿੱਤਾ। ਕਰੋੜਾਂ ਰੁਪਈਏ, ਅਰਬਾਂ ਖਰਬਾਂ ਰੁਪਈਏ ਜਿਹੜੇ ਆ ਉਹ ਸਾਡੇ ਮੁਲਕ ਦੇ ਗਰੀਬਾਂ ਦੇ ਖੂਨ ਦੇ, ਸਾਡੀ ਸਰਕਾਰ ਦੇ, ਉਹ ਲੈ ਕੇ ਬਾਹਰਲੇ ਮੁਲਕਾਂ ਵਿੱਚ ਚਲ ਗਏ। ਤੇ ਸਾਡੇ ਇਹਨਾਂ ਲੋਕਾਂ ਨੇ ਉਹਨਾਂ ਦੀ ਮਦਦ ਕੀਤੀ ਬਾਹਰ ਜਾਣ ਦੇ ਵਿੱਚ। ਉਹਨਾਂ ਨੂੰ ਕੋਈ ਪੁੱਛਦਾ ਨਹੀਂ। ਕਿਹਾ ਜਾਂਦਾ ਸੀ ਕਿ ਬਾਹਰ ਜਿਹੜਾ ਕਾਲਾ ਧਨ ਹੈ ਉਹ ਅਸੀਂ ਅੰਦਰ ਲੈ ਕੇ ਆਵਾਂਗੇ। ਸਾਰੇ ਜਿਹੜੇ ਵੀ ਗਰੀਬ ਹਿੰਦੁਸਤਾਨ ਦੇ ਵਿੱਚ ਰਹਿੰਦੇ, ਉਹਨਾਂ ਨੂੰ ਅਸੀਂ ਸਾਂਭਾਂਗੇ, ਉਹਨਾਂ ਨੂੰ ਕਿੰਨੇ ਕਿੰਨੇ ਕਰੋੜ ਰੁਪਈਆ ਜਿਹੜਾ ਅਸੀਂ ਦੇਵਾਂਗੇ। ਸਾਰੇ ਲੋਕ ਜਿਹੜੇ ਖੁਸ਼ੀ ਦੇ ਨਾਲ ਰਹਿਣਗੇ। ਪਰ ਹੋਇਆ ਇਹਦੇ ਉਲਟ। ਸਾਨੂੰ ਖਤਰਾ ਤਾਂ ਉਹਨਾਂ ਲੋਕਾਂ ਤੋਂ ਆ, ਸਾਡੇ ਮੁਲਕ ਨੂੰ ਖਤਰਾ ਤਾਂ ਉਹਨਾਂ ਲੋਕਾਂ ਤੋਂ ਆ ਜਿਨ੍ਹਾਂ ਲੋਕਾਂ ਨੇ ਸਾਡੇ ਮੁਲਕ ਦੇ ਨਾਲ ਦਗਾ ਕੀਤਾ, ਜਾਂ ਸਾਡੇ ਮੁਲਕ ਦੇ ਜਿਹੜੀ ਇਕਨੋਮੀ ਸੀ ਜਾਂ ਜਿਹੜਾ ਪੈਸਾ ਸੀ, ਧਨ ਸੀ, ਉਹ ਲੁੱਟ ਕੇ ਬਾਹਰ ਨੂੰ ਲੈ ਗਏ। ਸਾਡੀਆਂ ਬੈਂਕਾਂ ਕਰਪਟ ਕਰਤੀਆਂ। ਸਾਡਾ ਉਹੀ ਅਕਾਲ ਜਿਹੜਾ ਲਾਲ ਕਿਲ੍ਹਾ, ਜਿਹਦੇ ਉੱਤੇ ਉਹ ਨਿਸ਼ਾਨ ਸਾਹਿਬ ਲਾਉਣ ਤੇ ਜਿਹੜੀ ਇਤਨਾ ਵਿਵਾਦ ਖੜਾ ਕੀਤਾ ਜਾਂਦਾ, ਉਹ ਲਾਲ ਕਿਲ੍ਹਾ ਜਿਹੜਾ ਕਿਸੇ ਨੂੰ ਪਤਾ ਨਹੀਂ 5 ਸਾਲਾਂ ਜਾਂ 10 ਸਾਲਾਂ ਜਾਂ ਕਿੰਨੇ ਸਾਲ ਵਾਸਤੇ ਕਿਸੇ ਨੂੰ ਉਹਦੇ ਦੇਤਾ। ਕਿੱਡੀ ਸਾਡੀ ਇੱਜ਼ਤ ਦਾ ਸਵਾਲ ਸੀਗਾ, ਸਾਰੀ ਹਿੰਦੁਸਤਾਨ ਦੀ, ਸਾਰੇ ਭਾਰਤ ਵਾਸਤੇ ਇੱਜ਼ਤ ਦਾ ਸਵਾਲ ਸੀ। ਪਰ ਉਹ ਪਤਾ ਨਹੀਂ ਕਿਹੜੇ ਤਰੀਕੇ ਨਾਲ ਕਿਸੇ ਨੇ ਦੇ ਦਿੱਤਾ। ਸਾਡੀਆਂ ਰੇਲਾਂ ਜਿਹੜੀਆਂ ਕਿਸੇ ਨੇ ਦੇ ਦਿੱਤੀਆਂ, ਸਾਡੇ ਜਿਹੜੇ ਏਅਰਪੋਰਟ ਆ ਉਹ ਕਿਸੇ ਦੇ ਨਾਂ ਦੇ ਦਿੱਤੇ। ਸਾਡੇ ਹਿੰਦੁਸਤਾਨ ਦੇ ਵਿੱਚ, ਭਾਰਤ ਵਰਸ਼ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਾਪਰਟੀ ਜ਼ਮੀਨ ਜਿਹੜੀ ਆ ਉਹ ਰੇਲਵੇ ਕੋਲ ਆ। ਤੇ ਜਦੋਂ ਤੁਸੀਂ ਰੇਲਵੇ ਹੀ ਕਿਸੇ ਹੋਰ ਪ੍ਰਾਈਵੇਟ ਕੰਪਨੀਆਂ ਨੂੰ ਦੇ ਦੋਗੇ, ਆਪਣੇ ਯਾਰਾਂ ਦੋਸਤਾਂ ਨੂੰ ਦੇ ਦੋਗੇ, ਤੇ ਗਰੀਬ ਜਿਹੜੇ ਆ ਉਹ ਕਿੱਥੇ ਜਾਣਗੇ? ਕਿਹੜੇ ਖੂਹ 'ਚ ਜਾ ਕੇ ਡਿੱਗਣਗੇ? ਕਿਹਦੇ ਕੋਲ ਉਹਦੇ ਹੱਥ ਵੱਢਣਗੇ? ਜਦੋਂ ਬੰਦਾ ਸਿੰਘ ਬਹਾਦਰ ਨੇ ਕਿਸੇ ਸਮੇਂ ਆ ਕੇ ਇਹ ਬਹੁਤ ਵੱਡਾ ਇਨਕਲਾਬ ਲਿਆਂਦਾ ਸੀ, ਜਦੋਂ ਕਿ ਸਾਡੇ ਜਿਹੜੇ ਕਿਸਾਨ ਸੀਗੇ ਉਹਨਾਂ ਦੇ ਖੇਤਾਂ ਵਿੱਚ ਹੀ ਮਜ਼ਦੂਰ ਬਣਾ ਕੇ ਉਹਨਾਂ ਤੋਂ ਕੰਮ ਕਰਾਇਆ ਜਾਂਦਾ ਸੀ, ਉਹਨਾਂ ਨੂੰ ਰੋਟੀ ਪਾਣੀ ਹੀ ਦਿੱਤਾ ਜਾਂਦਾ ਸੀ। ਅੱਜ ਭਾਰਤ ਵਰਸ਼ ਦੇ ਵੀ ਕਈ ਸੂਬਿਆਂ ਦੇ ਵਿੱਚ ਜਿੱਥੇ ਕਾਲੇ ਕਾਨੂੰਨ ਲਾਗੂ ਹੋਏ ਆ, ਉੱਥੇ ਦੇ ਜਿਹੜੇ ਕਿਸਾਨ ਆ ਉਹ ਵੀ ਵਿਚਾਰੇ ਅੱਜ ਕੱਲ੍ਹ ਬਹੁਤ ਦੁਖੀ ਆ, ਤੇ ਉਹਨਾਂ ਨੂੰ ਵੀ ਮਜ਼ਦੂਰੀ ਕਰਨ ਲਈ ਪੰਜਾਬ ਵਿੱਚ ਆਉਣਾ ਪੈਂਦਾ। ਤੇ ਉਹੋ ਜਿਹੇ ਕਿਸਾਨ, ਚਾਹੇ ਉਹ ਹਿੰਦੂ ਆ, ਚਾਹੇ ਉਹ ਮੁਸਲਮਾਨ ਹੈ, ਚਾਹੇ ਈਸਾਈ ਆ, ਕਿਸੇ ਧਰਮ ਦਾ ਵੀ ਆ, ਜੇ ਉਹ ਕਿਸਾਨੀ ਕਰਦਾ ਆ ਤੇ ਜੇ ਉਹਨੂੰ ਇੰਨੀ ਉਪਜ ਕਰਕੇ ਉਹਦਾ ਕੋਈ ਢਿੱਡ ਵੀ ਨਹੀਂ ਭਰਦਾ, ਜਿਹਨੇ 6 ਮਹੀਨੇ ਵੇਟ ਕਰਨੀ ਪੈਂਦੀ ਆ, ਜਦੋਂ ਮਰਜ਼ੀ ਮੀਂਹ ਪੈ ਜਾਂਦਾ, ਜਦੋਂ ਮਰਜ਼ੀ ਹਨੇਰੀ ਆ ਜਾਂਦੀ, ਜਦੋਂ ਮਰਜ਼ੀ ਫਿਰ ਜੇ ਉਹਦੀ ਫਸਲ ਤਿਆਰ ਕਰਕੇ ਲੈ ਜਾਂਦਾ, ਅੱਗੇ ਕੋਈ ਖਰੀਦਣ ਵਾਲਾ ਨਹੀਂ ਲੱਭਦਾ, ਖਰੀਦਣ ਵਾਲਾ ਲੱਭਦਾ ਤਾਂ ਆਪਣੀ ਮਰਜ਼ੀ ਨਾਲ ਭਾਅ ਦਿੰਦਾ। ਤੇ ਕਈ ਵਾਰੀ ਇੱਦਾਂ ਹੁੰਦਾ ਵੀ ਲੈ ਕੇ ਚਲੀ ਜਾਂਦੇ, ਉਹਨੂੰ ਪੁੱਛਣ ਵਾਲਾ ਕੋਈ ਨਹੀਂ ਹੁੰਦਾ। ਇਹ ਇੱਕ ਬਹੁਤ ਹੀ ਖਤਰਨਾਕ ਮੋੜ ਦੇ ਉੱਤੇ ਸਾਡਾ ਜਿਹੜਾ ਭਾਰਤ ਵਰਸ਼ ਐਸੇ ਖੜਾ ਆ। ਤੇ ਸਾਨੂੰ ਜਿਹੜੀਆਂ ਸਾਡੀਆਂ ਸਰਕਾਰਾਂ ਉੱਥੇ ਹੈਗੀਆਂ, ਮੈਂ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਤੁਸੀਂ ਇਸ ਮਸਲੇ ਵੱਲ ਬਹੁਤ ਪਿਆਰ ਤੇ ਧਿਆਨ ਦੇ ਨਾਲ ਸੋਚੋ। ਅਗਰ ਇਹ ਮਸਲਾ ਕਿਸਾਨ ਤੇ ਮਜ਼ਦੂਰ ਦਾ ਜਿਹੜਾ ਸੰਘਰਸ਼ ਆ ਇਹ ਹੱਲ ਨਾ ਕੀਤਾ ਤੇ ਸਾਡੇ ਭਾਰਤ ਵਰਸ਼ ਦੀਆਂ ਜੜ੍ਹਾਂ ਜਿਹੜੀਆਂ ਹਿੱਲ ਜਾਣਗੀਆਂ। ਅਸੀਂ ਉਸੇ ਵੱਲ ਨੂੰ ਧੱਕੇ ਜਾਵਾਂਗੇ ਜਿਸ ਗੁਲਾਮੀ ਦੇ ਵਿੱਚੋਂ ਸਾਨੂੰ ਸਾਡੇ ਨੌਜਵਾਨਾਂ ਨੇ ਕੱਢਿਆ, ਸਾਡੇ ਬਜ਼ੁਰਗਾਂ ਨੇ ਕੱਢਿਆ, ਲੱਖਾਂ ਸ਼ਹਾਦਤਾਂ ਦਿੱਤੀਆਂ। ਜੇ ਇਹਦੇ ਵੱਲ ਨਾ ਧਿਆਨ ਦਿੱਤਾ ਗਿਆ ਤੇ ਅਸੀਂ ਮੁੜ ਕੇ ਉਸ ਵੱਲ ਨੂੰ ਧੱਕੇ ਜਾਵਾਂਗੇ। ਨਿਮਰਤਾ ਸਹਿਤ ਬੇਨਤੀ ਆ, ਕਿਸੇ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂ, ਪਰ ਜਿਹੜਾ ਜ਼ੁਲਮ ਕਰਦਾ ਆ, ਪਾਪ ਕਰਦਾ ਆ, ਦੂਸਰਿਆਂ ਦਾ ਹੱਕ ਮਾਰਦਾ ਆ, ਉਹਦੇ ਨਾਲ ਤਤਪਰ ਹਮੇਸ਼ਾ ਰਿਹਾ ਜਾਂਦਾ, ਲੜਨ ਵਾਸਤੇ, ਝਗੜਨ ਵਾਸਤੇ, ਹਰ ਤਰੀਕੇ ਦੇ ਨਾਲ। ਅਸੀਂ ਹੀ ਨਹੀਂ ਲੜਨਾ ਚਾਹੁੰਦੇ, ਪਰ ਸਾਨੂੰ ਬਦੋ ਬਦੀ ਉਸ ਪਾਸੇ ਨੂੰ ਧੱਕਿਆ ਜਾਂਦਾ। ਪਰ ਜਿਹੜਾ ਨਿਸ਼ਾਨ ਸਾਹਿਬ ਆ ਉਹਦਾ ਸਤਿਕਾਰ ਅੱਗੇ ਵੀ ਸੀ, ਅੱਜ ਵੀ, ਤੇ ਰਹੂਗਾ ਵੀ, ਸਦੀਆਂ ਤੱਕ ਰਹੂਗਾ, ਸਮਝੇ ਨਾ। ਤੇ ਜਿਹੜਾ ਤਿਰੰਗਾ ਝੰਡਾ ਆ ਉਹ ਜਦ ਤੱਕ ਹਿੰਦੁਸਤਾਨ ਹੈਗਾ, ਜਦ ਤੱਕ ਭਾਰਤ ਵਰਸ਼ ਹੈਗਾ, ਉਹ ਇਸੇ ਤਰੀਕੇ ਨਾਲ ਝੂਲਦਾ ਰਹੂਗਾ। ਸਾਡਾ ਮਾਣ ਤੇ ਸਤਿਕਾਰ, ਅਸੀਂ ਸਾਡੇ ਬਜ਼ੁਰਗਾਂ ਨੇ ਉਹਨੂੰ ਲਿਆਉਣ ਵਾਸਤੇ, ਉਹਨੂੰ ਲਾਲ ਕਿਲ੍ਹੇ ਚੜਾਉਣ ਵਾਸਤੇ ਬੜੀਆਂ ਕੁਰਬਾਨੀਆਂ ਕੀਤੀਆਂ, ਬੜਾ ਖੂਨ ਡੁੱਲਿਆ। ਇਸ ਕਰਕੇ ਉਹਦਾ ਆਪਣੀ ਥਾਂ ਤੇ ਪੂਰਾ ਸਤਿਕਾਰ ਆ। ਪਰ ਇਹ ਵੀ ਨਹੀਂ ਗਾ ਪਰ ਜੇ ਕਿਤੇ ਨਿਸ਼ਾਨ ਸਾਹਿਬ ਜਾਂ ਕਿਸਾਨੀ ਝੰਡਾ ਉੱਥੇ ਲਾਤਾ ਤੇ ਐਡੀ ਵੱਡੀ ਆਫਤ ਆਈ ਜਿੰਨਾ ਕੁ ਨੂੰ ਪੇਸ਼ ਕੀਤਾ ਜਾ ਰਿਹਾ। ਜੋ ਅਸੀਂ ਨਾਅਰੇ ਕੱਲ੍ਹ ਸੁਣੇ ਆ, ਅੱਗੇ ਪੁਲਿਸ ਲੱਗੀ ਆ, ਪਿੱਛੇ ਕੁਝ ਗੁੰਡੇ ਆ, ਉਹ ਕਿਸਾਨੀ ਜਿਹੜਾ ਸੰਘਰਸ਼ ਆ ਉਹਦੇ ਵਾਸਤੇ ਇਹ ਕਹਿ ਰਹੇ ਆ, देश के गद्दारों को गोली मारो सालों को, देश के गद्दारों को गोली मारो सालों के, तो पुलिस आगे बढ़ो हम तुम्हारे साथ हैं, आगे बढ़ो हम। ਇਹ ਕਿਹੜੀ ਗੱਲ ਹੈ? ਕਿਹੜੇ ਦੇਸ਼ ਦੀ ਗੱਲ ਕਰਦੇ, ਕਿਹੜੀ ਆਜ਼ਾਦੀ ਦੀ ਗੱਲ ਕਰਦੇ, ਕਿਹੜੇ ਹੱਕਾਂ ਦੀ ਗੱਲ ਕਰਦੇ ਆ? ਇਹ ਕਿੱਥੋਂ ਆਏ? ਇਹਨਾਂ ਨੂੰ ਖਰੀਦ ਕੇ ਲਿਆਂਦਾ ਗਿਆ।
ਇਹਨਾਂ ਨੂੰ ਖਰੀਦ ਕੇ ਲਿਆਂਦਾ ਗਿਆ, ਉਹਨਾਂ ਦੀ ਮਜ਼ਦੂਰੀ ਦਾ ਫਾਇਦਾ ਉਠਾਇਆ ਜਾ, ਉਹ ਗਰੀਬ ਲੋਕਾਂ ਦੇ ਮੁੰਡੇ ਇਕੱਠੇ ਕਰਕੇ ਲਿਆ ਕੇ ਉਹਨਾਂ ਨੂੰ ਉੱਥੇ ਲਿਆ ਇਕੱਠੇ ਕੀਤਾ ਜਾਂਦਾ। ਨਹੀਂ ਤਾਂ ਕੋਈ ਵੀ ਕਿਸਾਨ ਦੇ ਖਿਲਾਫ, ਕੋਈ ਵੀ ਕਿਸੇ ਦੇ ਮਜ਼ਦੂਰ ਦੇ ਖਿਲਾਫ ਇੱਟਾਂ ਬੱਟੇ ਨਹੀਂ ਮਾਰ ਸਕਦਾ, ਕੋਈ ਗੈਸ ਕੋਲ ਦੇ ਗੋਲੇ ਨਹੀਂ ਚੱਲਦਾ, ਪਰ ਉਹਨਾਂ ਨੂੰ ਭਰਾਵਾਂ ਨੂੰ ਆਪਸ ਵਿੱਚ ਜਿਹੜਾ ਲੜਾਇਆ ਜਾ ਰਿਹਾ ਦਾ, ਇਹ ਜਿਹੜਾ ਬਹੁਤ ਹੀ ਖਤਰਨਾਕ ਆ। ਅਸੀਂ ਆਜ਼ਾਦੀ ਬੜੇ ਮੁਸ਼ਕਲਾਂ ਦੇ ਨਾਲ ਲਈ ਆ, ਬੜੀਆਂ ਕੁਰਬਾਨੀਆਂ ਦਿੱਤੀਆਂ। ਸਾਰੇ ਜਿਹੜੇ ਇਸ ਵੇਲੇ ਸਰਕਾਰ ਦੇ ਵਿੱਚ ਬੈਠੇ ਆ, ਮੈਂ ਸਾਰਿਆਂ ਨੂੰ ਨਿਮਰਤਾ ਸੇ ਬੇਨਤੀ ਕਰਦਾ ਵੀ ਇਸ ਵੱਲ ਧਿਆਨ ਦਿਓ। ਮੁੜ ਕੇ ਗੁਲਾਮ ਹੋ ਗਏ ਤੇ ਬਚਾਉਣ ਵਾਲਾ ਕੋਈ ਨਹੀਂ ਜੇ ਲੱਭਣਾ, ਮੁੜ ਕੇ ਗੁਲਾਮ ਹੋ ਗਏ, ਬਚਾਉਣ ਵਾਲਾ ਕੋਈ ਨਹੀਂ ਲੱਭਣਾ। ਇਹ ਸੰਘਰਸ਼ ਨੂੰ ਉੱਪਰ ਵਾਲਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਆਪ ਚਲਾ ਰਿਹਾ, ਤੇ ਉਹਦੀ ਜਿਹੜੀ ਲਾਠੀ ਆ ਆਵਾਜ਼ ਹੁੰਦੀ ਆ, ਉਹ ਤੋਂ ਬਚੋ। ਇੰਨਾ ਕੁਛ ਕਹਿੰਦੇ ਹੋਏ ਮੈਂ ਦੁਬਾਰਾ ਫਿਰ ਬੇਨਤੀ ਕਰਦਾ, ਜਿਨ੍ਹਾਂ ਨੇ ਵੀ ਮੇਰੇ ਵੀਰਾਂ ਨੇ ਇਹ ਦੇਖਿਆ, ਉਹ ਚੰਗਾ ਲੱਗਦਾ ਜ਼ਰੂਰ ਇਹਨੂੰ ਸ਼ੇਅਰ ਜਿਹੜਾ ਅਸੀਂ ਆਪਣੇ ਤੇ ਸਬਸਕ੍ਰਾਈਬ ਕਰ ਲੈਣਾ। ਜਿਹੜੇ ਵੀ ਇਹ ਸਤਿਕਰਤਾ ਟੈਲੀਵਿਜ਼ਨ ਦੇਖਦੇ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।